कि आम आदमी पार्टी सिर्फ कोठी वाले केस में ही सुमेध सैनी को जांच पड़ताल करेगी, बाकी केस मुल्तानी केस, बेअदबी, बाइबल कला कांड जो होया सी गोली कांड, उस पर कोई भी चर्चा नहीं करेगी। कि ये गल सही है? FIR नंबर 11 ਤੇ 13 ਦਾ ਜ਼ਿਕਰ ਹੈ ਜਿਹਦੇ ਤੇ SIT ਆ ਗਈ। 124 ਨੰਬਰ FIR ਹੈ ਜਿਹਦੇ ਵਿੱਚ ਉਹ ਨਾਮਜ਼ਦ ਹੁਣ ਤੱਕ ਨਹੀਂ ਹੈ। ਉਸ ਤੋਂ ਇਲਾਵਾ ਆ ਦੇਖੋ, ਤੁਸੀਂ ਵੇਖੋਗੇ ਕਿ ਐਜ਼ ਔਨ ਡੇਟ FIR 77 ਮੁਲਤਾਨੀ ਕੇਸ, ਆ ਬਰਗਾੜੀ ਤੇ ਬਾਈਬਲ ਕਲਾਂ ਦੇ ਕੇਸਿਸ ਦਾ ਜ਼ਿਕਰ ਆ FIR ਵਿਜੀਲੈਂਸ ਵਾਲੀਆਂ ਤੋਂ, ਉਹ ਕਿਸੇ ਵੀ ਹੋਰ ਕੇਸ ਦੇ ਵਿੱਚ ਕਹਿ ਰਹੇ ਅਕਿਊਜ਼ ਨਹੀਂ ਹੈ ਸਰਕਾਰ ਵੱਲੋਂ। ਹੁਣ ਆਹ ਕੇਸ ਦੇ ਵਿੱਚ ਉਹਦਾ ਕਿੰਨਾ ਕੁ ਰੋਲ ਹੈ, ਕੀ ਉਹਦਾ ਰੋਲ ਹੈ, ਉਹ ਚੀਜ਼ ਤਾਂ ਸਰਕਾਰ ਆਪਣੀ ਤਫਤੀਸ਼ ਦੀ ਗੱਲ ਹੈ, ਉਹ ਸਰਕਾਰ ਨੂੰ ਪਤਾ ਹੋਣੀ ਹੈ। ਉਹ ਚੀਜ਼ ਦੀ ਡਿਟੇਲ ਮੈਂ ਨਹੀਂ ਦੇ ਸਕਦਾ ਕਿ ਐਜ਼ ਆਫ ਨਾਓ ਸਰਕਾਰ ਨੂੰ ਉਹਦੇ ਖਿਲਾਫ ਕੀ ਮਿਲਿਆ। ਪ੍ਰੈਕਟੀਕਲੀ ਤਾਂ ਕੋਰਟ ਦੇ ਵਿੱਚ ਉਹਦਾ ਆਉਣ ਦਾ ਮਕਸਦ ਸੀ SIT ਬਣਵਾਉਣਾ। ਜਦੋਂ ਸਰਕਾਰ ਨੇ ਉਹ ਗੱਲ ਮੰਨ ਲਈ ਔਰ ਕੋਰਟ ਨੂੰ ਕਹਿਤਾ ਜੀ ਜਿਹੜੀ ਪ੍ਰੇਅਰ ਲਈ ਇਹ ਆਇਆ ਤੁਹਾਡੇ ਕੋਲ, ਤੁਹਾਨੂੰ ਉਹਦੇ 'ਤੇ ਕੋਈ ਆਰਡਰ ਪਾਸ ਕਰਨ ਦੀ ਲੋੜ ਨਹੀਂ ਹੈ, ਅਸੀਂ SIT ਬਣਾ ਰਹੇ ਹਾਂ। ਸੋ ਕੋਰਟ ਕਹਿੰਦੀ ਹੈ ਠੀਕ ਹੈ, ਬਣਾਤੀ ਤੁਸੀਂ। ਹੁਣ ਜਿੱਥੇ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਛੱਡੀ ਸੀ, ਕਿ ਉੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਇਹ ਪੰਜਾਬ ਸਰਕਾਰ ਉੱਤੇ ਡਿਪੈਂਡ ਹੈ ਕਿ ਉਸ ਨੇ ਕਿੱਥੋਂ ਸ਼ੁਰੂਆਤ ਕਰਨੀ ਹੈ। ਹੁਣ ਉਸ ਜਜਮੈਂਟ ਦੇ ਤਹਿਤ ਪ੍ਰੈਜ਼ੈਂਟ ਗਵਰਨਮੈਂਟ ਜਿਹਦੇ ਵਿੱਚ MLA ਹੋ ਸਕਦਾ ਹੈ ਇਹ ਉਸ ਚੀਜ਼ ਨੂੰ ਚੈਲੰਜ ਕਰਕੇ ਕਹਿ ਦੇਣ ਕਿ ਜੀ ਉਸੇ ਇਨਵੈਸਟੀਗੇਸ਼ਨ ਨੂੰ ਕੰਸੀਡਰ ਕੀਤਾ ਜਾਵੇ। ਇਹ ਤਾਂ ਹੁਣ ਕੋਰਟ ਦੇ ਉੱਤੇ ਡਿਪੈਂਡ ਕਰੂਗਾ ਕਿਉਂਕਿ ਉਹ ਇਨਵੈਸਟੀਗੇਸ਼ਨ ਵੀ ਰਿਸਟੋਰ ਹੋ ਸਕਦੀ ਹੈ। ਕਿ ਆਮ ਆਦਮੀ ਪਾਰਟੀ ਜੋ ਸੱਤਾ ਵਿੱਚ ਇਸ ਸਮੇਂ ਮੌਜੂਦ ਹੈਗੀ ਹੈ, ਉਹ ਚਾਹਵੇ ਤਾਂ ਇਨਸਾਫ ਮਿਲ ਸਕਦਾ ਹੈ। ਸੈਣੀ ਦੀ ਜੇ ਆਪਾਂ ਸੱਚਾਈ ਦੀ ਗੱਲ ਕਰੀਏ ਤੇ ਸੈਣੀ ਦੀ ਸੱਚਾਈ ਜਾਂ ਉਹਦੇ ਵਰਗੇ ਅਫਸਰਾਂ ਦੀ ਸੱਚਾਈ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਹੁਣ ਉਹ ਕੀ ਐਵੀਡੈਂਸ ਔਨ ਰਿਕਾਰਡ ਆਉਂਦਾ ਹੈ। ਹੁਣ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ, ਮੁਲਤਾਨੀ ਕੇਸ ਹੈ, ਇੰਨੇ ਸਾਲ ਕਿਉਂ ਦੱਬਿਆ ਰਿਹਾ? ਕਿਤੇ ਨਾ ਕਿਤੇ ਇੱਕ ਦਹਿਸ਼ਤ ਦਾ ਮਾਹੌਲ ਰਿਹਾ ਉਸ ਫੈਮਿਲੀ ਤੇ। SIT ਬਣ ਗਿਆ, ਲੋਕ ਵੀ ਸਵਾਲ ਕਰਦੇ ਨੇ ਵੀ ਕਿੰਨੇ ਕੁ SIT ਦੇਖਣਗੇ, ਇਨਸਾਫ ਕਦੋਂ ਹੈ? ਇੱਕ SIT ਹੈ ਜਿਹੜੀ ਮੁਲਤਾਨੀ ਕੇਸ ਵਾਲੀ ਹੈ, ਫਿਰ ਬਰਗਾੜੀ ਬਾਈਬਲ ਕਲਾਂ ਕੇਸਿਸ ਦੇ ਵਿੱਚ SIT ਬਣੀ ਹੋਈ ਹੈ, ਔਰ ਤੀਜਾ ਜਿਹੜਾ ਪ੍ਰੈਜ਼ੈਂਟ ਕੇਸ ਹੈ ਜਿਹੜੇ 2 ਵਿਜੀਲੈਂਸ ਦੇ ਕੇਸਿਸ ਹੈ, ਇਹਦੇ 'ਚ ਹੁਣ ਜਿਹੜੀ ਇਹਨਾਂ ਨੇ SIT ਬਣਾਤੀ। ਸੋ 3 SITs ਤਾਂ ਹੈਗੀਆਂ। ਹੁਣ ਹੋਰ ਕਿੰਨੀਆਂ ਬਣਦੀਆਂ ਹੈ ਜਾਂ ਇਹ SITs ਦੀ ਕੀ ਆਊਟਕਮ ਹੁੰਦੀ ਹੈ, ਉਹਦੀ ਆਊਟਕਮ ਤਾਂ ਹੁਣ ਟਾਈਮ ਹੀ ਦੱਸੂਗਾ। ਉਹਦੇ ਵਿੱਚ ਐਜ਼ ਸੱਚ ਮੈਂ ਨਹੀਂ ਕਹਿ ਸਕਦਾ, ਪਰ ਹਾਂ ਇੰਨਾ ਹੈ ਕਿ ਐਜ਼ ਅ ਲਾਇਰ ਆਈ ਫੀਲ SIT ਦੀ ਲੋੜ ਨਹੀਂ ਹੈ। ਆਪਣਾ ਰਾਹ ਦੇਖਣਾ ਹੈ, ਆਪਣਾ ਏਮ ਦੇਖਣਾ, ਔਰ ਉਹ ਇਹੋ ਜਿਹੇ ਅਫਸਰਾਂ ਦੇ ਇੱਕ ਐਗਜ਼ਾਮਪਲ ਸੈੱਟ ਕਰਵਾਉਣੀ ਜ਼ਰੂਰੀ ਹੈ ਕਿ ਗਲਤ ਰਾਹ ਫੜ ਕੇ ਵੀ ਤੁਹਾਨੂੰ ਤੁਹਾਡੇ ਗਲਤ ਕਰਮਾਂ ਦੀ ਸਜ਼ਾ ਦਿੱਤੀ ਜਾਊਗੀ। ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਠੀਕ ਹੈ। ਰੱਬ ਦੇ ਘਰ ਦੇਰ ਹੈ, ਨੇਰ ਨਹੀਂ ਹੈ। ਇਸ ਕਰਕੇ ਮੈਨੂੰ ਵਿਸ਼ਵਾਸ ਹੈ ਸਜ਼ਾ ਸੈਣੀ ਜਾਂ ਇਹਦੇ ਵਰਗੇ ਅਫਸਰਾਂ ਨੂੰ ਇਹਨਾਂ ਦੇ ਪਾਪਾਂ ਦੀ ਸਜ਼ਾ ਜ਼ਰੂਰ ਮਿਲੂਗੀ, ਜੋ ਮਰਜ਼ੀ। ਹੁਣ ਉਹ ਕਿਸ ਤਰ੍ਹਾਂ ਬਹਾਨਾ ਬਣਨਾ ਹੈ ਮੈਨੂੰ ਨਹੀਂ ਪਤਾ, ਕਿਹੜੇ ਕੇਸ ਦੇ ਵਿੱਚ ਬਣਨਾ ਹੈ ਮੈਨੂੰ ਨਹੀਂ ਪਤਾ, ਪਰ ਉਹ ਐਗਜ਼ਾਮਪਲ ਵੀ ਹੋਊਗੀ ਇਹਦੀ, ਔਰ ਪਬਲਿਕ ਦੇ ਸਾਹਮਣੇ ਇਨਸਾਫ ਹੋ ਕੇ ਇੱਕ ਐਗਜ਼ਾਮਪਲ ਸੈੱਟ ਹੋਣ ਦੀ ਚੀਜ਼ ਦੇ ਉੱਤੇ ਤੁਸੀਂ ਆਪ ਇਸ ਚੈਨਲ 'ਤੇ ਮੁਬਾਰਕਾਂ ਵੀ ਦੇ ਰਹੇ ਹੋ। ਇਹ ਵੀ ਦੇਖੋ। ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਆਮ ਆਦਮੀ ਪਾਰਟੀ ਸੁਮੇਧ ਸਿੰਘ ਸੈਣੀ ਨੂੰ ਸਿਰਫ ਕੋਠੀ ਵਾਲੇ ਕੇਸ ਵਿੱਚ ਹੀ ਪੁੱਛ ਪੜਤਾਲ ਕਰੇਗੀ, ਬਾਕੀ ਕੇਸਾਂ ਦੇ ਵਿੱਚ ਨਹੀਂ ਕਰੇਗੀ। ਐਡਵੋਕੇਟ ਜਨਰਲ AG ਜੋ ਲਗਾਏ ਗਏ ਨੇ ਅਨਮੋਲ ਜੀ, ਉਹਨਾਂ ਦੀ ਸਟੇਟਮੈਂਟ ਵੀ ਹੈਗੀ ਹੈ। ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਸਟੇਟਮੈਂਟ ਦਿਖਾ ਦੇਣ। ਹੁਣ ਇਸ ਉੱਪਰ ਜੇ ਇਸ ਵਿੱਚ ਕਿਹੜੀ ਕਿਹੜੀ ਗੱਲ ਲਿਖੀ ਹੋਈ ਹੈ, ਇਸ ਉੱਪਰ ਆਪਾਂ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਹੋਣਗੇ ਐਡਵੋਕੇਟ ਪ੍ਰਦੀਪ ਵਿਰਕ। ਐਡਵੋਕੇਟ ਪ੍ਰਦੀਪ ਜਿਨ੍ਹਾਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੇਸ ਲੜਦੇ ਆ ਰਹੇ ਨੇ, ਚਾਹੇ ਉਹ ਬਰਗਾੜੀ ਦਾ, ਚਾਹੇ ਬੇਅਦਬੀ ਦਾ, ਚਾਹੇ ਮੁਲਤਾਨੀ ਕੇਸ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਬਣੀ ਹੋਈ ਹੈ, ਪਹਿਲਾਂ ਵਿਸਥਾਰ ਨਾਲ ਜਾਣ ਲਈਏ ਕਿ ਐਡਵੋਕੇਟ ਜਨਰਲ ਨੇ ਕਿਹਾ ਕੀ ਹੈ। ਕਿ ਵਾਕਈ ਹੀ ਬਾਕੀ ਸਾਰੇ ਕੇਸ ਛੱਡ ਦਿੱਤੇ ਗਏ ਨੇ, ਸਿਰਫ ਜੋ ਕਰਪਸ਼ਨ ਵਾਲਾ ਕੋਠੀ ਵਾਲਾ ਕੇਸ ਸੀ ਉਸ ਉੱਪਰ ਹੀ ਆਮ ਆਦਮੀ ਪਾਰਟੀ ਸੁਮੇਧ ਸਿੰਘ ਸੈਣੀ ਕੋਲ ਪੁੱਛਗਿੱਛ ਕਰੇਗੀ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਪ੍ਰਦੀਪ ਵਿਰਕ। ਸਰ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਸ਼ੁਕਰੀਆ ਜੀ। ਸਰ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਐਡਵੋਕੇਟ ਜਨਰਲ ਅਨਮੋਲ ਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬੜੀ ਤੇਜ਼ੀ ਨਾਲ ਇੱਕ ਪੋਸਟ ਵਾਇਰਲ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਸਿਰਫ ਕੋਠੀ ਵਾਲੇ ਕੇਸ ਵਿੱਚ ਹੀ ਸੁਮੇਧ ਸੈਣੀ ਕੋਲ ਜਾਂਚ ਪੜਤਾਲ ਕਰੇਗੀ, ਬਾਕੀ ਕੇਸ ਮੁਲਤਾਨੀ ਕੇਸ, ਬੇਅਦਬੀ, ਬਾਈਬਲ ਕਲਾ ਕਾਂਡ ਜੋ ਹੋਇਆ ਸੀ ਗੋਲੀ ਕਾਂਡ, ਉਸ ਉੱਪਰ ਕੋਈ ਵੀ ਚਰਚਾ ਨਹੀਂ ਕਰੇਗੀ। ਕੀ ਇਹ ਗੱਲ ਸਹੀ ਹੈ? ਸਰ, ਮੇਰੇ ਖਿਆਲ ਦੇ ਵਿੱਚ ਇਹ ਗੱਲ ਸਹੀ ਨਹੀਂ ਹੋਣੀ ਚਾਹੀਦੀ। ਸੈਵਰਲ ਕਾਰਨ ਉਹਦੇ ਮੈਂ ਦੱਸ ਦਿੰਦਾ।
ਜਿਵੇਂ ਮੁਲਤਾਨੀ ਕੇਸ ਦੇ ਵਿੱਚ SIT ਬਣੀ ਸੀ, ਤਫਤੀਸ਼ ਉਹਦੀ ਪੈਂਡਿੰਗ ਹੈ, ਚਲਾਨ ਭਾਵੇਂ ਫਾਈਲ ਹੋ ਗਿਆ ਸੀ, ਸੋ ਸਪਲੀਮੈਂਟਰੀ ਚਲਾਨ ਉਹਦੇ 'ਚ ਫਾਈਲ ਹੋਣਾ ਸੀ। ਹੁਣ ਜਦੋਂ ਤੱਕ ਉਹ SIT ਡਿਸਬੈਂਡ ਨਹੀਂ ਹੁੰਦੀ, ਉਹ SIT ਇਨ ਐਗਜ਼ਿਸਟੈਂਸ ਹੈ, ਤਫਤੀਸ਼ ਉਹਦੀ ਪੈਂਡਿੰਗ ਹੈ। ਸੋ ਜਦੋਂ ਤੱਕ ਉਸ ਕੇਸ ਦੇ ਵਿੱਚ ਕਿਤੇ ਵੀ ਆ ਮੈਂਸ਼ਨ ਨਹੀਂ ਹੁੰਦਾ ਕਿ ਸਾਡੀ ਤਫਤੀਸ਼ ਪੂਰੀ ਹੈ ਜਾਂ ਕੁਝ, ਉਸ ਆਨਰੇਬਲ ਸੁਪਰੀਮ ਕੋਰਟ ਨੇ ਟ੍ਰਾਇਲ ਕੋਰਟ ਪ੍ਰੋਸੀਡਿੰਗ ਸਟੇ ਕੀਤੀਆਂ ਹੋਈਆਂ। ਪੰਜਾਬ ਗਵਰਨਮੈਂਟ ਨੇ ਕਿਹਾ ਸੀ ਕਿ ਕੋਰਟ ਥੱਲੇ ਪ੍ਰੋਸੀਡ ਨਾ ਕਰੇ ਕਿਉਂਕਿ ਟਰਾਂਸਲੇਸ਼ਨ ਅਸੀਂ ਪਲੇਸ ਔਨ ਰਿਕਾਰਡ ਕਰ ਰਹੇ ਹਾਂ, ਸੈਣੀ ਨੂੰ ਪ੍ਰੈਜੂਡਿਸ ਹੋਊਗਾ, ਸੈਣੀ ਦੇ ਲਾਇਰ ਦਾ ਕਹਿਣਾ ਸੀ। ਉਸ ਚੀਜ਼ 'ਤੇ ਸਰਕਾਰ ਨੇ ਕੰਸੀਡ ਕੀਤਾ, ਉਹ ਸਟੇ ਹੋ ਗਿਆ, ਹੁਣ ਤੱਕ ਸਟੇ ਚੱਲ ਰਿਹਾ। ਸੋ ਜਦੋਂ ਤੱਕ ਜਿਵੇਂ ਉਹ ਕੇਸ ਬੰਦ ਨਹੀਂ ਹੋਇਆ, ਬਰਗਾੜੀ ਬਹਿਬਲ ਕਲਾਂ ਦੀ ਇੱਕ SIT ਤਫਤੀਸ਼ ਕਰ ਰਹੀ ਹੈ। ਹੁਣ ਉਹ ਤਫਤੀਸ਼ ਦੀ ਇੰਟਰੀਕੇਟ ਡਿਟੇਲਸ ਕੀ ਹੈ ਮੈਨੂੰ ਨਹੀਂ ਪਤਾ, ਪਰ ਕਿਤੇ ਵੀ ਇਹ ਸਟੇਟਮੈਂਟ ਨਹੀਂ ਹੈ ਕਿ ਸੈਣੀ ਨੂੰ ਸਾਰੇ ਕੇਸਾਂ 'ਚੋਂ ਕੱਢ ਦਿੱਤਾ ਗਿਆ। ਉਹ ਸਟੇਟਮੈਂਟ ਔਨ ਰਿਕਾਰਡ ਕਿਤੇ ਵੀ ਨਹੀਂ ਹੈ। ਇਨਫੈਕਟ ਜੇ ਤੁਸੀਂ ਆ ਆਰਡਰ ਵੀ ਦੇਖੋ, FIR ਨੰਬਰ 11 ਤੇ 13 ਦਾ ਜ਼ਿਕਰ ਹੈ ਜਿਹਦੇ ਤੇ SIT ਆ ਗਈ। 124 ਨੰਬਰ FIR ਹੈ ਜਿਹਦੇ ਵਿੱਚ ਉਹ ਨਾਮਜ਼ਦ ਹੁਣ ਤੱਕ ਨਹੀਂ ਹੈ। ਉਸ ਤੋਂ ਇਲਾਵਾ ਆ ਦੇਖੋ, ਤੁਸੀਂ ਵੇਖੋਗੇ ਕਿ ਐਜ਼ ਔਨ ਡੇਟ FIR 77 ਮੁਲਤਾਨੀ ਕੇਸ, ਆ ਬਰਗਾੜੀ ਤੇ ਬਹਿਬਲ ਕਲਾਂ ਦੇ ਕੇਸਿਸ ਦਾ ਜ਼ਿਕਰ ਆ FIR ਵਿਜੀਲੈਂਸ ਵਾਲੀਆਂ ਤੋਂ ਹੈ। ਉਹ ਕਿਸੇ ਵੀ ਹੋਰ ਕੇਸ ਦੇ ਵਿੱਚ ਕਹਿ ਰਹੇ ਅਕਿਊਜ਼ ਨਹੀਂ ਹੈ ਸਰਕਾਰ ਵੱਲੋਂ। ਹੁਣ ਆ ਕੇਸ ਦੇ ਵਿੱਚ ਉਹਦਾ ਕਿੰਨਾ ਕੁ ਰੋਲ ਹੈ, ਕੀ ਉਹਦਾ ਰੋਲ ਹੈ, ਉਹ ਚੀਜ਼ ਤਾਂ ਸਰਕਾਰ ਆਪਣੀ ਤਫਤੀਸ਼ ਦੀ ਗੱਲ ਹੈ, ਉਹ ਸਰਕਾਰ ਨੂੰ ਪਤਾ ਹੋਣੀ ਹੈ। ਉਹ ਚੀਜ਼ ਦੀ ਡਿਟੇਲ ਮੈਂ ਨਹੀਂ ਦੇ ਸਕਦਾ ਕਿ ਐਜ਼ ਆਫ ਨਾਓ ਸਰਕਾਰ ਨੂੰ ਉਹਦੇ ਖਿਲਾਫ ਕੀ ਮਿਲਿਆ। ਇਸ ਤੋਂ ਇਲਾਵਾ ਜੇ ਮੇਰੀ ਨੌਲੇਜ ਦੇ ਵਿੱਚ ਜੋ ਕੇਸਿਸ ਨੇ ਉਹ ਪੰਜਾਬ ਗਵਰਨਮੈਂਟ ਨਾਲ ਲੈਣ ਦੇਣ ਨਹੀਂ ਹੈ, ਕਿਉਂਕਿ ED ਕੋਲ ਵੀ ਕੇਸ ਹੈ ਇਹਦਾ, ਇਨਕਮ ਟੈਕਸ ਕੋਲ ਵੀ ਹੈ, CBI ਵੀ ਇਹਨੂੰ ਪ੍ਰੋਸੀਕਿਊਟ ਕਰ ਰਹੀ ਹੈ, ਲੁਧਿਆਣਾ ਉਹ ਫੈਮਿਲੀ ਐਲੀਮੀਨੇਟ ਕਰਨ ਲਈ ਜਿਹਦੇ 'ਚ ਟ੍ਰਾਇਲ ਫੇਸ ਕਰ ਰਿਹਾ ਹੈ। ਸੋ ਉਸ ਐਂਗਲ ਤੋਂ ਜੇ ਅਸੀਂ ਲਈਏ, ਪੰਜਾਬ ਗਵਰਨਮੈਂਟ ਨੇ ਕੇਸਿਸ ਦੀ ਰੈਫਰੈਂਸ ਦਿੱਤੀ ਹੈ ਔਰ ਵਿਜੀਲੈਂਸ ਦੇ ਕੇਸਿਸ ਦੇ ਉੱਤੇ SIT ਬਣਾਈ ਹੈ। FIR 11 ਦੇ ਵਿੱਚ ਇਹਦੇ ਕੋਲ ਐਂਟੀਸਪੇਟਰੀ ਬੇਲ ਨਹੀਂ ਸੀ, ਸੋ ਉਹ ਆਨਰੇਬਲ ਕੋਰਟ ਨੇ ਕਿਹਾ ਕਿ ਠੀਕ ਹੈ 26 ਅਪ੍ਰੈਲ ਤੱਕ ਤੂੰ ਫਾਈਲ ਕਰ ਸਕਦਾ ਹੈ। ਸਰ ਅਹਿਮ ਸਵਾਲ ਇਹ ਹੁੰਦਾ ਕਿ ਜਿਹੜੇ ਤੁਸੀਂ ਕੇਸ ਗਿਣਾਦੇ ਹੋ, ਕਿ ਇਸ ਉੱਪਰ ਸਭ ਦੀ ਅਲੱਗ-ਅਲੱਗ ਸਿੱਟ ਬਣੂਗੀ ਜਾਂ ਸਿੱਟ ਬੰਨੀ ਨਹੀਂ ਚਾਹੀਦੀ? SIT ਤਾਂ ਬਣੀਆਂ ਹੋਈਆਂ ਉਹਦੀਆਂ, ਆ ਸੈਣੀ ਦੀ ਪ੍ਰੇਅਰ ਹੀ ਇਸ ਕੇਸ 'ਚ ਆਇਆ, ਦੇਖੋ ਸ਼ੁੱਡ ਬੀ ਟ੍ਰਾਂਸਫਰ ਟੂ SIT। ਉਹ ਕਹਿ ਰਿਹਾ ਕਿ 2 FIRs ਵਿਜੀਲੈਂਸ ਦੀਆਂ ਵੀ ਵਿਜੀਲੈਂਸ ਕੋਲ ਨਾ ਛੱਡੋ, SIT ਨੂੰ ਭੇਜ ਦਿਓ। ਉਹ SIT ਬਣਾਤੀ ਸਰਕਾਰ ਨੇ, ਆ SIT ਬਣ ਗਈ। ਪਹਿਲੇ ਕਿੰਨੀਆਂ SIT ਬਣ ਗਈਆਂ? ਲੋਕ ਵੀ ਸਵਾਲ ਕਰਦੇ ਨੇ ਵੀ ਕਿੰਨੇ ਕੁ SIT ਦੇਖਣਗੇ, ਇਨਸਾਫ ਕਦੋਂ ਹੈ? ਉਹ ਤਾਂ ਐਜ਼ ਅ ਲਾਇਰ ਮੈਂ ਆਪ ਕਹਿਣਾ ਕਿ ਇਨਸਾਫ ਕਦੋਂ ਹੈ ਪਤਾ ਨਹੀਂ, ਪਰ ਰੱਬ ਦੇ ਵਿੱਚ ਵਿਸ਼ਵਾਸ ਕਰਕੇ ਹੀ ਚੱਲ ਰਹੇ ਹਾਂ, ਤਾਂ ਹੀ ਲੜੀ ਆ ਰਿਹਾ ਮੈਂ ਵੀ। ਹੁਣ ਜਿੱਥੇ ਤੱਕ SIT ਦਾ ਸਵਾਲ ਹੈ, 3 SITs ਤਾਂ ਆਲਰੇਡੀ ਇਨ ਐਗਜ਼ਿਸਟੈਂਸ ਹੈਗੀਆਂ। ਇੱਕ SIT ਹੈ ਜਿਹੜੀ ਮੁਲਤਾਨੀ ਕੇਸ ਵਾਲੀ ਹੈ, ਫਿਰ ਬਰਗਾੜੀ ਬਹਿਬਲ ਕਲਾਂ ਕੇਸਿਸ ਦੇ ਵਿੱਚ SIT ਬਣੀ ਹੋਈ ਹੈ, ਔਰ ਤੀਜਾ ਜਿਹੜਾ ਪ੍ਰੈਜ਼ੈਂਟ ਕੇਸ ਹੈ ਜਿਹੜੇ 2 ਵਿਜੀਲੈਂਸ ਦੇ ਕੇਸਿਸ ਹੈ, ਇਹਦੇ 'ਚ ਹੁਣ ਜਿਹੜੀ ਇਹਨਾਂ ਨੇ SIT ਬਣਾਤੀ। ਸੋ 3 SITs ਤਾਂ ਹੈਗੀਆਂ। ਹੁਣ ਹੋਰ ਕਿੰਨੀਆਂ ਬਣਦੀਆਂ ਹੈ ਜਾਂ ਇਹ SITs ਦੀ ਕੀ ਆਊਟਕਮ ਹੁੰਦੀ ਹੈ, ਉਹਦੀ ਆਊਟਕਮ ਤਾਂ ਹੁਣ ਟਾਈਮ ਹੀ ਦੱਸੂਗਾ। ਉਹਦੇ ਵਿੱਚ ਐਜ਼ ਸੱਚ ਮੈਂ ਨਹੀਂ ਕਹਿ ਸਕਦਾ, ਪਰ ਹਾਂ ਇੰਨਾ ਹੈ ਕਿ ਐਜ਼ ਅ ਲਾਇਰ ਆਈ ਫੀਲ SIT ਦੀ ਲੋੜ ਨਹੀਂ ਹੈ, ਪਰ ਜੇ ਕੋਰਟ ਦੇ ਵਿੱਚ ਉਹਨਾਂ ਨੇ ਕੰਸੈਂਸਸ ਰੀਚ ਕੀਤਾ ਹੈ, ਸੋ ਕੋਰਟ ਨੇ ਆਰਡਰ ਕਰਤਾ, ਸੋ ਕੋਰਟ ਦੀ ਡਿਸਕ੍ਰਿਸ਼ਨ ਹੈ। ਉਹਦੇ 'ਚ ਮੇਰਾ ਕਹਿਣਾ ਜਾਂ ਨਾ ਕਹਿਣਾ ਜਾਂ ਅਕਿਊਜ਼ ਦਾ ਮੰਗਣਾ, ਕੋਰਟ ਨੂੰ ਲੱਗਿਆ ਕਿ ਸੈਣੀ ਆ ਕਹਿ ਰਿਹਾ ਹੈ ਔਰ ਸਟੇਟ ਨੇ ਕਿਹਾ ਜੀ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰ ਰਹੇ ਹਾਂ, ਤੇ ਕੋਰਟ ਨੇ ਕਹਿਤਾ ਕਿ ਠੀਕ ਹੈ ਜੇ ਦੋਵੇਂ ਪਾਰਟੀਜ਼ ਐਗਰੀਏਬਲ ਹੈ ਤੇ ਠੀਕ ਹੈ ਕਰ ਲਓ। ਜਦੋਂ ਜੇ ਸਟੇਟ ਤੇ ਇਸ ਤਰੀਕੇ ਨਾਲ ਹੋ ਜਾਂਦਾ, ਸਮੀਰ ਸਿੰਘ ਸੈਣੀ ਦੀ ਗੱਲ ਨੂੰ ਅੱਗੇ ਰੱਖਦੀ ਹੈ, ਕੋਰਟ ਕਹਿੰਦਾ ਵੀ ਠੀਕ ਹੈ ਜਿੱਦਾਂ ਮਰਜ਼ੀ ਕਰ ਲਓ, ਪਰ ਜੋ ਇਨਵੈਸਟੀਗੇਸ਼ਨ ਹੁੰਦੀ ਵੀ ਹੈ ਫਿਰ ਇਨਵੈਸਟੀਗੇਸ਼ਨ ਦਾ ਪ੍ਰਭਾਵ ਨਹੀਂ ਪਊਗਾ? ਨਹੀਂ, ਇਨਵੈਸਟੀਗੇਸ਼ਨ ਦੇ ਵਿੱਚ ਆਏ ਜੀ, ਜੇ ਇੱਕ ਅਕਿਊਜ਼ਡ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਹੈ ਕਿ ਮੇਰੇ ਕੇਸ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਵੇ ਔਰ ਸਟੇਟ ਕਹਿੰਦੀ ਹੈ ਜੀ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰਦੇ ਹਾਂ, ਸੋ ਪ੍ਰੇਅਰ ਤਾਂ ਐਕਸੈਪਟ ਹੋ ਹੀ ਗਈ ਉਹਦੀ। ਪ੍ਰੈਕਟੀਕਲੀ ਤਾਂ ਕੋਰਟ ਦੇ ਵਿੱਚ ਉਹਦਾ ਆਉਣ ਦਾ ਮਕਸਦ ਸੀ SIT ਬਣਵਾਉਣਾ। ਜਦੋਂ ਸਰਕਾਰ ਨੇ ਉਹ ਗੱਲ ਮੰਨ ਲਈ ਔਰ ਕੋਰਟ ਨੂੰ ਕਹਿਤਾ ਜੀ ਜਿਹੜੀ ਪ੍ਰੇਅਰ ਲਈ ਇਹ ਆਇਆ ਤੁਹਾਡੇ ਕੋਲ, ਤੁਹਾਨੂੰ ਉਹਦੇ 'ਤੇ ਕੋਈ ਆਰਡਰ ਪਾਸ ਕਰਨ ਦੀ ਲੋੜ ਨਹੀਂ ਹੈ, ਅਸੀਂ SIT ਬਣਾ ਰਹੇ ਹਾਂ, ਸੋ ਕੋਰਟ ਕਹਿੰਦੀ ਹੈ ਠੀਕ ਹੈ ਬਣਾਤੀ ਤੁਸੀਂ। ਪਿਛਲੀਆਂ SIT ਬਣੀਆਂ ਸੀ ਕਿ ਉਸੇ ਬਿਹਾਵ ਉੱਤੇ ਜਾਂ ਉਸੇ ਤਫਤੀਸ਼ ਨੂੰ ਲੈ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਕਿ ਮੁੜ ਮਾਮਲਾ ਜੋ ਹੈ ਨਵੇਂ ਸਿਰੇ ਤੋਂ ਸ਼ੁਰੂ ਹੋਊਗਾ? ਇਹਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਜਿਹੜੀ ਉਹਨਾਂ ਨੇ ਤਫਤੀਸ਼ ਕਰਤੀ ਹੈ ਉਹ ਰਿਕਾਰਡ ਹਟਾ ਦਿਓ, ਇਹ ਕਿਤੇ ਨਹੀਂ ਆਇਆ। ਸੋ ਇਹਦਾ ਮਤਲਬ ਉਹਦੀ ਕੰਟੀਨਿਊਏਸ਼ਨ ਦੇ ਵਿੱਚ ਹੈ। ਉਹ ਪੁਰਾਣਿਆਂ ਦਾ ਜੋ ਰਿਕਾਰਡ ਸੀਗਾ ਜਿੱਥੇ ਸੀ ਐਜ਼ ਆਫ ਨਾਓ ਉੱਥੇ ਹੀ ਹੋਊਗਾ, ਅਨਲੈਸ ਕੋਈ ਹੋਰ ਡਿਸੀਜਨ ਇਹਦੇ ਕੰਟਰੀ ਲਿਆ ਜਾਂਦਾ। ਲਾਅ ਇਸ ਪੁਆਇੰਟ 'ਤੇ ਬੜਾ ਕਲੀਅਰ ਹੈ ਕਿ ਅਨਲੈਸ ਕੋਰਟ ਕਵੇ ਕਿ SIT ਡਿਨੋਵੋ ਇਨਵੈਸਟੀਗੇਸ਼ਨ ਕਰੂਗੀ, ਡਿਨੋਵੋ ਮਤਲਬ ਸ਼ੁਰੂ ਤੋਂ। ਸੋ ਜੇ ਸ਼ੁਰੂ ਤੋਂ ਇਨਵੈਸਟੀਗੇਸ਼ਨ ਕਰਨ ਦੇ ਆਰਡਰਸ ਨਹੀਂ ਹੈ, ਜੋ ਕਿ ਇਸ ਕੇਸ 'ਚ ਨਹੀਂ ਹੋਏ, ਅਨਲੈਸ ਕੋਈ ਡਿਟੇਲਡ ਆਰਡਰ ਹੈ ਜੇ, ਕਿਉਂਕਿ ਕੋਰਟ ਆਨਰੇਬਲ ਕੋਰਟ ਨੇ ਇਹਦੇ 'ਚ ਲਿਖਿਆ ਰੀਜ਼ਨਸ ਟੂ ਫੋਲੋ ਵਾਈਡ ਸੈਪਰੇਟ ਆਰਡਰ, ਸੋ ਡਾਇਰੈਕਸ਼ਨਸ ਨਹੀਂ ਹੈ, ਰੀਜ਼ਨਸ ਹੈ। ਸੋ ਜਿੱਥੇ ਤੋਂ ਇਨਵੈਸਟੀਗੇਸ਼ਨ ਕਰਤੀ ਸੋ ਕਰਤੀ, ਚਲਾਨ ਤਾਂ ਫਾਈਲ ਕੀਤਾ ਨਹੀਂ। ਅੱਗੇ ਹੁਣ ਜਿਹੜੀ ਪ੍ਰੈਜ਼ੈਂਟ SIT ਹੈ ਉਹ ਤਫਤੀਸ਼ ਕਰੂਗੀ,
ਉਹਦੇ ਵਿੱਚੋਂ ਪੁਰਾਣਾ ਮਟੀਰੀਅਲ ਕੰਸੀਡਰ ਹੋਊਗਾ ਸਾਰਾ। ਸਰ ਪਿਛਲੀਆਂ ਸਰਕਾਰ ਵੇਲੇ ਗੱਲ ਕਰੀਏ, ਪਿਛਲੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਵੀ ਇਸ ਮੁੱਦੇ ਨੂੰ ਦੇਖਦੇ ਆਏ ਹੋ, ਹੋਰ ਕਿੰਨਾ ਕੁ ਸਮਾਂ ਲੱਗ ਸਕਦਾ ਹੈ? ਕਿਉਂਕਿ ਵਿੱਚ ਗਵਾਹ ਵੀ ਆਏ ਨੇ ਮੁਲਤਾਨੀ ਕੇਸ ਦੇ ਵਿੱਚ, ਤੁਸੀਂ ਵੀ ਉਹ ਕੇਸ ਨੂੰ ਬਖੂਬੀ ਜਾਣਦੇ ਹੋ। ਹੋਰ ਕਿੰਨਾ ਕੁ ਸਮਾਂ, ਕਿਉਂਕਿ ਲੋਕ ਇਨਸਾਫ ਦੀ ਮੰਗ ਕਰਦੇ ਨੇ, ਕਹਿੰਦੇ ਨੇ ਵੀ ਕਦੇ ਲੰਮੇ ਕੋਰਟ ਵਿੱਚ ਮਾਮਲੇ ਖਿੱਚਦੇ ਨੇ, ਪਰ ਫਿਰ ਵੀ ਲੱਗਦਾ ਵੀ ਇਨਸਾਫ ਮਿਲੂਗਾ ਕਿ ਨਹੀਂ ਮਿਲੂਗਾ, ਕਿਉਂਕਿ ਹਮੇਸ਼ਾ ਤੁਹਾਨੂੰ ਇਹ ਸਵਾਲ ਹੁੰਦਾ ਹੈ ਜਦੋਂ ਵੀ ਤੁਸੀਂ ਮੀਡੀਆ ਵਿੱਚ ਜਾਂਦੇ ਹੋ, ਹਰੇਕ ਪੱਤਰਕਾਰ ਤੁਹਾਨੂੰ ਇਹ ਸਵਾਲ ਕਰਦਾ ਵੀ ਇਨਸਾਫ ਕਦੋਂ ਮਿਲੂਗਾ। ਐਜ਼ ਅ ਲਾਇਰ ਮੈਂ ਕਦੇ ਵੀ ਆ ਨਹੀਂ ਕਹਿ ਸਕਦਾ ਕਿ ਇਨਸਾਫ ਕਦੋਂ ਮਿਲੂਗਾ। ਉਹਦਾ ਕਾਰਨ ਹੈ ਅਸੀਂ ਲੜ ਰਹੇ ਹਾਂ ਐਂਡ ਪ੍ਰੈਕਟੀਕਲੀ ਇੱਕ ਸਿਸਟਮ ਨਾਲ ਲੜ ਰਹੇ ਹਾਂ। ਜਦੋਂ ਮੈਂ ਸੁਮੇਧ ਸੈਣੀ ਦੀ ਗੱਲ ਕਰਦਾ ਤੁਹਾਡੇ ਦਰਸ਼ਕਾਂ ਦੇ ਸਾਹਮਣੇ, ਮੈਂ ਇੱਕ ਵਰਦੀ ਦੀ ਦੁਰਵਰਤੋਂ ਕਰਨ ਵਾਲੇ ਸਿਰਫ ਅਫਸਰ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਉਸ ਬੰਦੇ ਦੀ ਗੱਲ ਕਰ ਰਿਹਾ ਜਿਹੜਾ ਇੱਕ ਇੰਸਟੀਟਿਊਸ਼ਨ ਬਣ ਗਿਆ ਗਲਤ ਐਗਜ਼ਾਮਪਲ ਦੀ। ਇੰਸਟੀਟਿਊਸ਼ਨਲ ਇੰਟੈਗ੍ਰਿਟੀ ਅਸੀਂ ਕਹਿੰਦੇ ਹਾਂ। ਇੰਸਟੀਟਿਊਸ਼ਨਲ ਇੰਟੈਗ੍ਰਿਟੀ ਹੁੰਦੀ ਹੈ ਕਿ ਇੱਕ ਇੰਸਟੀਟਿਊਸ਼ਨ ਦੀ ਕੀ ਇੰਟੈਗ੍ਰਿਟੀ ਬਚਦੀ ਹੈ। ਡੀਜੀ ਰੈਂਕ ਦੀ, ਆਈਪੀਐਸ ਦੀ, ਪੁਲਿਸ ਆਫਿਸਰਸ ਦੀ ਜਿਹੜੀ ਇੱਕ ਇੰਸਟੀਟਿਊਸ਼ਨ ਹੈ, ਵਰਦੀ ਦੀ ਜੋ ਇੰਸਟੀਟਿਊਸ਼ਨ ਹੈ, ਐਕਚੁਅਲੀ ਇੰਸਟੀਟਿਊਸ਼ਨਲ ਇੰਟੈਗ੍ਰਿਟੀ ਉਸ ਸੈਟਅਪ ਦੀ, ਉਸ ਸਿਸਟਮ ਦੀ, ਪੁਲਿਸ ਡਿਪਾਰਟਮੈਂਟ ਦੀ ਪੂਰੀ ਇੰਸਟੀਟਿਊਸ਼ਨਲ ਇੰਟੈਗ੍ਰਿਟੀ ਕੁਐਸਚਨ 'ਚ ਲਿਆਤੀ ਸੁਮੇਧ ਸੈਣੀ ਨੇ। ਉਹਦਾ ਕਾਰਨ ਕੀ ਹੈ ਕਿ ਕਿਸ ਤਰ੍ਹਾਂ ਐਜ਼ ਏਐਸਪੀ ਜੁਆਇਨ ਕਰਨ ਤੋਂ ਬਾਅਦ ਐਸਐਸਪੀ ਰੈਂਕ 'ਤੇ ਉਹਦੇ ਖਿਲਾਫ ਸੀਬੀਆਈ ਕੋਲ ਕੇਸ ਜਾਂਦਾ ਹੈ ਔਰ ਉਹ ਬੰਦਾ ਡੀਜੀਪੀ ਰੈਂਕ ਤੱਕ ਪਹੁੰਚ ਜਾਂਦਾ ਹੈ ਵਰਦੀ ਦੀ ਦੁਰਵਰਤੋਂ ਕਰਕੇ, ਪੂਰਾ ਗਲਤ ਰਾਹ ਫੜ ਕੇ। ਸੋ ਉਹਨੇ ਆਪਣੇ ਜੂਨੀਅਰਸ ਨੂੰ ਇੱਕ ਗਲਤ ਇੰਸਪੀਰੇਸ਼ਨ ਦਿੱਤੀ। ਅੱਜ ਮੇਰੀ ਮੁਹਿੰਮ ਜਿਹੜੀ ਹੈ ਉਹ ਪੁਲਿਸ ਵਾਲਿਆਂ ਦੇ, ਉਹੋ ਜਿਹੇ ਪੁਲਿਸ ਵਾਲਿਆਂ ਦੇ ਖਿਲਾਫ ਹੈ ਜਿਨ੍ਹਾਂ ਨੇ ਇੱਕ ਇੰਸਟੀਟਿਊਸ਼ਨ ਨੂੰ ਡੈਮੇਜ ਕਰਤਾ ਹੈ, ਪਬਲਿਕ ਫੇਥ ਇਰੋਡ ਕਰਤਾ ਹੈ। ਅੱਜ ਜਿਹਦੇ ਕਰਕੇ ਜੇ ਕੋਈ ਚੰਗਾ ਪੁਲਿਸ ਵਾਲਾ ਕੰਮ ਕਰਨਾ ਚਾਹੁੰਦਾ ਹੈ ਉਹ ਹਿੰਮਤ ਹਾਰ ਜਾਂਦਾ, ਡਿਸਇਲੂਜ਼ਨ ਹੋ ਜਾਂਦਾ ਹੈ ਉਸ ਸਿਸਟਮ ਨਾਲ। ਇਸ ਕਰਕੇ ਜਦੋਂ ਅਸੀਂ ਗੱਲ ਕਰੀਏ ਇਨਸਾਫ ਦੀ, ਤੇ ਵਿਸ਼ਵਾਸ ਇਨਸਾਨ 'ਤੇ ਨਹੀਂ ਰੱਬ 'ਤੇ ਰੱਖਣਾ ਪੈਂਦਾ ਹੈ। ਉਹ ਰੱਬ ਨੇ ਇਨਸਾਫ ਦਿਵਾਉਣਾ ਹੈ, ਕਿਸ ਤਰ੍ਹਾਂ ਦਿਵਾਉਣਾ ਹੈ, ਕਿੰਨੀ ਦੇਰ ਬਾਅਦ ਦਿਵਾਉਣਾ ਹੈ, ਰੱਬ ਨੂੰ ਪਤਾ ਹੈ। ਪਰ ਸਾਡੇ ਗੁਰੂਆਂ ਦੇ ਦਿੱਤੇ ਰਾਹ 'ਤੇ ਚੱਲਣ ਦੀ ਮੇਰੀ ਕੋਸ਼ਿਸ਼ ਰਹੀ ਹੈ ਹਮੇਸ਼ਾ, ਜਿਹਦੇ ਵਿੱਚ ਮੈਂ ਹਮੇਸ਼ਾ ਇਹੀ ਸੋਚਿਆ ਕਿ ਲੜਾਈ ਲੜਨੀ ਹੈ, ਜਿੰਨੀ ਮਰਜ਼ੀ ਲੰਮੀ ਲੜਾਈ ਹੋਵੇ। ਹੁਣ ਮੀਡੀਆ ਦੇ ਵਿੱਚ ਵੀ ਜੇ ਮੈਂ ਬੋਲਿਆ, ਮੀਡੀਆ ਨੇ ਮੇਰੀ ਚੀਜ਼ਾਂ ਕਵਰ ਕੀਤੀਆਂ ਮੁਲਤਾਨੀ ਕੇਸ ਤੋਂ ਬਾਅਦ 2020 ਤੋਂ। ਮੈਂ ਸੈਣੀ ਦੇ ਖਿਲਾਫ 2007 ਤੋਂ ਲੜਦਾ ਆ ਰਿਹਾ, ਪਾਵਰ ਦੀ ਪੀਕ 'ਤੇ ਸੀ, ਮੈਂ ਉਦੋਂ ਦਾ ਲੜਦਾ ਆ ਰਿਹਾ। ਉਮਰਾਂ ਨੰਗਲ ਦੇ ਖਿਲਾਫ ਵੀ ਮੈਂ ਕੇਸ ਬਹੁਤ ਦੇਰ ਦਾ ਲੜ ਰਿਹਾ, ਬਹੁਤ ਸਾਲਾਂ ਤੋਂ ਲੜ ਰਿਹਾ। ਸੋ ਇਸ ਕਰਕੇ ਮੀਡੀਆ ਦੇ ਵਿੱਚ ਜੇ ਰੀਸੈਂਟ ਚੀਜ਼ ਆ ਰਹੀ ਹੈ, ਇਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਰੀਸੈਂਟਲੀ ਲੜਨ ਲੱਗਿਆ। ਉਸੇ ਤਰ੍ਹਾਂ ਮੈਂ ਸਰਕਾਰ ਜਾਂ ਕਿਸੇ ਅਫਸਰ ਦੀ ਵਰਕਿੰਗ ਨੂੰ ਨਹੀਂ ਦੇਖਦਾ। ਮੈਂ ਆਪਣੀ ਮਿਹਨਤ ਦੇਖਣੀ ਹੈ, ਆਪਣਾ ਰਾਹ ਦੇਖਣਾ ਹੈ, ਆਪਣਾ ਏਮ ਦੇਖਣਾ ਹੈ। ਔਰ ਉਹ ਇਹੋ ਜਿਹੇ ਅਫਸਰਾਂ ਦੇ ਇੱਕ ਐਗਜ਼ਾਮਪਲ ਸੈੱਟ ਕਰਵਾਉਣੀ ਜ਼ਰੂਰੀ ਹੈ ਕਿ ਗਲਤ ਰਾਹ ਫੜ ਕੇ ਵੀ ਤੁਹਾਨੂੰ ਤੁਹਾਡੇ ਗਲਤ ਕਰਮਾਂ ਦੀ ਸਜ਼ਾ ਦਿੱਤੀ ਜਾਊਗੀ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਹ ਐਗਜ਼ਾਮਪਲ ਐਜ਼ ਅ ਲਾਇਰ ਸੈੱਟ ਕਰਵਾਉਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਮੇਰੀ ਉਹੀ ਮੁਹਿੰਮ ਹੈ ਜਿਹਦੇ ਵਿੱਚ ਜਿੰਨਾ ਮਰਜ਼ੀ ਮੈਂ ਜ਼ੋਰ ਲਾ ਲਾਂ, ਜਿੱਤ ਮੈਨੂੰ ਪਤਾ ਹੈ ਉਹ ਸਾਡੀ ਹੋਣੀ ਹੈ। ਸਾਡੀ ਮੀਨਸ ਤੁਹਾਡੀ, ਤੁਹਾਡੇ ਦਰਸ਼ਕਾਂ ਦੀ, ਮੇਰੀ ਔਰ ਮੇਰੇ ਵਰਗੀ ਸੋਚ ਰੱਖਣ ਵਾਲਿਆਂ ਦੀ। ਸਰ ਕੁਮਨ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਬਾਅਦ ਕਰਤਾ ਸੀ, ਉਸ ਤੋਂ ਬਾਅਦ ਉਹ ਰਿਜ਼ਾਈਨ ਦਿੰਦੇ ਨੇ, ਸਿਆਸੀ ਪਾਰਟੀ ਵੀ ਜਾਂਦੇ ਨੇ, ਆਮ ਆਦਮੀ ਪਾਰਟੀ ਵਿੱਚ, ਉਸ ਤੋਂ ਬਾਅਦ ਉਹ ਐਮਐਲਏ ਬਣ ਜਾਂਦੇ ਨੇ। ਹੁਣ ਜਿੱਥੇ ਕੁਮਨ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਛੱਡੀ ਸੀ, ਕਿ ਉੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਇਹ ਪੰਜਾਬ ਸਰਕਾਰ ਉੱਤੇ ਡਿਪੈਂਡ ਹੈ ਕਿ ਉਸ ਨੇ ਕਿੱਥੋਂ ਸ਼ੁਰੂਆਤ ਕਰਨੀ ਹੈ, ਜਾਂ ਸਾਰਾ ਬਾਇਓਡਾਟਾ ਚੱਕਿਆ ਜਾ ਸਕਦਾ, ਕਿੱਥੋਂ ਸ਼ੁਰੂਆਤ ਹੋਊਗੀ ਇਹਦੀ? ਸਰ ਇੱਕ ਵਾਰੀ ਤਾਂ ਆਨਰੇਬਲ ਕੋਰਟ ਨੇ ਆਰਡਰਸ ਲਾਸਟ ਈਅਰ ਕਰਤੇ, ਮੇਰੇ ਖਿਆਲ 9 ਅਪ੍ਰੈਲ ਦੀ, ਮੈਨੂੰ ਆਫ ਹੈਂਡ ਤਾਂ ਐਗਜ਼ੈਕਟ ਡੇਟ ਯਾਦ ਨਹੀਂ, ਬਟ ਆਈ ਥਿੰਕ 9 ਅਪ੍ਰੈਲ 2021 ਦੀ ਜਜਮੈਂਟ ਹੈ। ਹੁਣ ਉਸ ਜਜਮੈਂਟ ਦੇ ਤਹਿਤ ਪ੍ਰੈਜ਼ੈਂਟ ਗਵਰਨਮੈਂਟ, ਜਿਹਦੇ ਵਿੱਚ ਉਹ ਐਮਐਲਏ, ਹੋ ਸਕਦਾ ਹੈ ਇਹ ਉਸ ਚੀਜ਼ ਨੂੰ ਚੈਲੰਜ ਕਰਕੇ ਕਹਿ ਦੇਣ ਕਿ ਜੀ ਉਸੇ ਇਨਵੈਸਟੀਗੇਸ਼ਨ ਨੂੰ ਕੰਸੀਡਰ ਕੀਤਾ ਜਾਵੇ। ਇਹ ਤਾਂ ਹੁਣ ਕੋਰਟ ਦੇ ਉੱਤੇ ਡਿਪੈਂਡ ਕਰੂਗਾ, ਕਿਉਂਕਿ ਉਹ ਇਨਵੈਸਟੀਗੇਸ਼ਨ ਵੀ ਰਿਸਟੋਰ ਹੋ ਸਕਦੀ ਹੈ। ਦੂਜੀ ਗੱਲ, ਜੇ ਉਹ ਸੈਟੀਸਫਾਈਡ ਹੀ ਰਹਿੰਦੀ ਹੈ, ਡਿਨੋਵੋ ਇਨਵੈਸਟੀਗੇਸ਼ਨ ਦੇ ਆਰਡਰ ਹੈ, ਨਵੀਂ ਐਸਆਈਟੀ ਕੀ ਇਨਵੈਸਟੀਗੇਸ਼ਨ ਦੇ ਵਿੱਚ ਡਿਗ ਆਊਟ ਕਰਦੀ ਹੈ, ਉਹ ਤਾਂ ਹੁਣ ਚੀਜ਼ਾਂ ਸਰਕਾਰ ਨੂੰ ਪਤਾ ਹੈ। ਮੈਂ ਤਫਤੀਸ਼ੀ ਫਾਈਲ ਦੇ ਬਾਰੇ ਕੁਝ ਨਹੀਂ ਜਾਣਦਾ, ਨਾ ਮੈਂ ਉਹਦੇ 'ਤੇ ਕਮੈਂਟ ਕਰ ਸਕਦਾ। ਮੇਰਾ ਰੋਲ ਤਾਂ ਆਊਗਾ ਜੇ ਚਲਾਨ ਕੋਰਟ 'ਚ ਆ ਜਾਂਦਾ ਉਸ ਤੋਂ ਬਾਅਦ ਆਊਗਾ। ਜੀ ਤਫਤੀਸ਼ ਜੇ ਸਰਕਾਰ ਚਾਹੇ ਦੁਬਾਰਾ ਤਫਤੀਸ਼ ਹੋ ਕੇ ਜਾਂ ਪੁਰਾਣੀਆਂ ਫਾਈਲਾਂ ਖੋਲ੍ਹ ਕੇ ਇੱਕ ਸਹੀ ਜਗ੍ਹਾ ਦੇ ਉੱਤੇ ਜਾਂ ਇਨਸਾਫ ਮਿਲ ਸਕਦਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਦਾ ਵੀ ਆਪਾਂ ਦੇਖਿਆ ਲਗਾਤਾਰ ਸਟੇਟਮੈਂਟ ਆਉਂਦੀਆਂ ਰਹੀਆਂ ਸੀ, ਕੋਈ ਕਿਸ ਨੂੰ ਬਚਾ ਰਿਹਾ, ਕੋਈ ਕਿਸ ਨੂੰ ਬਚਾ ਰਿਹਾ, ਕਿ ਆਮ ਆਦਮੀ ਪਾਰਟੀ ਜੋ ਸੱਤਾ ਵਿੱਚ ਇਸ ਸਮੇਂ ਮੌਜੂਦ ਹੈਗੀ ਹੈ ਉਹ ਚਾਹੇ ਤਾਂ ਇਨਸਾਫ ਮਿਲ ਸਕਦਾ ਹੈ। ਜੇ ਇਸ ਨੂੰ ਸਿੱਟ, ਜਿਵੇਂ ਤੁਸੀਂ ਕਹਿੰਦੇ ਵੀ 3 ਸਿੱਟ ਦਾ ਜ਼ਿਕਰ ਕਰ ਰਹੇ ਹੋ, ਜੇ ਪੰਜਾਬ ਪੁਲਿਸ ਇਸ ਨੂੰ ਸਹੀ ਤਰੀਕੇ ਨਾਲ ਕਰਦੀ ਹੈ ਤਾਂ ਇਨਸਾਫ ਮਿਲ ਸਕਦਾ ਹੈ। ਸਰ ਇਨਸਾਫ ਤਾਂ ਕਦੇ ਵੀ, ਤੁਹਾਡੇ ਦੇਖੋ ਸੈਣੀ ਦੀ ਜੇ ਆਪਾਂ ਸੱਚਾਈ ਦੀ ਗੱਲ ਕਰੀਏ ਤੇ ਸੈਣੀ ਦੀ ਸੱਚਾਈ ਜਾਂ ਉਹਦੇ ਵਰਗੇ ਅਫਸਰਾਂ ਦੀ ਸੱਚਾਈ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਹੁਣ ਉਹ ਕੀ ਐਵੀਡੈਂਸ ਔਨ ਰਿਕਾਰਡ ਆਉਂਦਾ। ਹੁਣ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ, ਮੁਲਤਾਨੀ ਕੇਸ ਹੈ, ਇੰਨੇ ਸਾਲ ਕਿਉਂ ਦੱਬਿਆ ਰਿਹਾ? ਕਿਤੇ ਨਾ ਕਿਤੇ ਇੱਕ ਦਹਿਸ਼ਤ ਦਾ ਮਾਹੌਲ ਰਿਹਾ ਉਸ ਫੈਮਿਲੀ 'ਤੇ, ਕਿਤੇ ਨਾ ਕਿਤੇ ਉਹ ਫੈਮਿਲੀ ਲੜਦੀ ਰਹੀ
ਆਪਣੇ ਖੌਫ ਨਾਲ ਹਿੰਮਤ ਕਰਕੇ ਅੱਗੇ ਆਉਣਾ, ਡਿਸਇਲੂਜ਼ਨ ਹੋ ਕੇ ਪਿੱਛੇ ਵਾਪਸ ਜਾਣਾ, ਉਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹੀਆਂ ਤਾਂ ਵੀ ਉਹ ਲੜਦੇ ਰਹੇ, ਅੱਗੇ ਆਏ। ਹੁਣ ਕਿੰਨੇ ਲੋਕ ਨੇ ਜਿਹੜੇ ਵਿਕਟਿਮਸ ਬਣੇ ਪਰ ਉਹ ਵਿਕਟਿਮ ਹੋਣ ਦੇ ਬਾਵਜੂਦ ਡਰਦੇ ਅੱਗੇ ਨਹੀਂ ਆਏ। ਸੋ ਜੇ ਅਸੀਂ ਉਹਨਾਂ ਚੀਜ਼ਾਂ ਦੀ ਟੋਟੈਲਿਟੀ ਦੇਖੀਏ, ਕਾਨੂੰਨ ਨੇ ਤਾਂ ਐਵੀਡੈਂਸ, ਵਿਟਨੈਸ, ਉਹਨਾਂ ਚੀਜ਼ਾਂ ਨੂੰ ਕੰਸੀਡਰ ਕਰਨਾ ਹੈ। ਗਵਾਹਾਂ ਤੋਂ ਬਿਨਾਂ, ਐਵੀਡੈਂਸ ਤੋਂ ਬਿਨਾਂ ਕੇਸ ਕਮਜ਼ੋਰ ਹੋ ਜਾਂਦਾ ਹੈ। ਹੁਣ ਇੱਥੇ ਕਿੰਨਾ ਟਾਈਮ ਲੱਗੂਗਾ, ਕਿਸ ਚੀਜ਼ ਨੂੰ ਲੱਗੂਗਾ ਔਰ ਕਿਹੋ ਜਿਹੀ ਤਫਤੀਸ਼ ਹੁੰਦੀ ਹੈ, ਕਿਹੋ ਜਿਹੇ ਵਿਟਨੈਸਿਸ ਨੂੰ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਰੱਖਿਆ ਜਾਂਦਾ ਹੈ, ਉਹ ਇਹਨਾਂ ਦੀ ਤਫਤੀਸ਼ ਦੇ ਵਿੱਚ ਡਿਪੈਂਡ ਕਰੂਗਾ। ਹੁਣ ਕਿੰਨੀ ਸਿੰਸੈਰਿਟੀ ਨਾਲ ਕਰਦੇ ਉਹਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ। ਔਰ ਤਫਤੀਸ਼ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਉਹ ਸਰਕਾਰ ਨੇ ਨਹੀਂ ਕਰਨੀ, ਅਫਸਰਾਂ ਨੇ ਕਰਨੀ ਹੈ। ਸਰਕਾਰ ਦਾ ਤਾਂ ਰੋਲ ਹੋ ਸਕਦਾ ਇੱਕ ਫੇਅਰ ਇਨਵੈਸਟੀਗੇਸ਼ਨ ਇਨਸ਼ੋਰ ਕਰਨਾ। ਉਹ ਹੁਣ ਕੀ ਇਨਸ਼ੋਰ ਕਰਦੇ ਆ, ਉਹ ਡਿਟੇਲਸ ਉਹਨਾਂ ਕੋਲ ਹੋਣੀ ਹੈ, ਉਹਦੇ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਸਰ, ਇੱਕ ਮੇਰਾ ਆਖਰੀ ਸਵਾਲ ਹੈ ਕਿ ਜੋ ਇਸ ਸਮੇਂ ਲੋਕ ਦੇਖਦੇ ਨੇ ਸੋਸ਼ਲ ਮੀਡੀਆ 'ਤੇ, ਪਤਾ ਆਪਾਂ ਨੂੰ ਵੀ ਕਿੰਨਾ ਕੁ ਸੱਚ, ਕਿੰਨਾ ਕੁ ਝੂਠ ਹੁੰਦਾ ਹੈ। ਜੇ ਉਸ ਤਰੀਕੇ ਨਾਲ ਵੀ ਦੇਖੀਏ ਕਿ ਵਾਕਈ ਹੀ ਪੰਜਾਬ ਸਰਕਾਰ ਸਮੇਤ ਸਿੰਘ ਸੈਣੀ ਜੋ ਉਹਨਾਂ ਦੇ ਕੋਰਟ ਵਿੱਚ ਸਟੇਟਮੈਂਟ ਹੈਗੀਆਂ, ਜਾਂ ਜਿਸ ਤਰੀਕੇ ਤੁਸੀਂ ਕੋਰਟ ਅੱਗੇ ਸਾਰੀ ਚੀਜ਼ਾਂ ਰੱਖੀਆਂ ਨੇ, ਉਸ ਚੀਜ਼ ਨੂੰ ਦੇਖ ਲਿਆ ਜਾਵੇ ਕਿ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋ ਜਾਊਗੀ ਪੰਜਾਬ ਸਰਕਾਰ? ਦੇਖੋ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਮੈਂ ਸਰਕਾਰ ਦੇ ਓਪੀਨੀਅਨ 'ਤੇ ਨਹੀਂ ਜਾਂਦਾ। ਮੈਂ ਹਰ ਜਗ੍ਹਾ ਇਹ ਗੱਲ ਕਹਿਣਾ ਕਿ ਰੱਬ ਦੇ ਵਿੱਚ ਵਿਸ਼ਵਾਸ ਰੱਖੀਦਾ ਹੈ। ਠੀਕ ਹੈ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਹੈ। ਇਸ ਕਰਕੇ ਮੈਨੂੰ ਵਿਸ਼ਵਾਸ ਹੈ ਸਜ਼ਾ ਸੈਣੀ ਜਾਂ ਇਹਦੇ ਵਰਗੇ ਅਫਸਰਾਂ ਨੂੰ ਇਹਨਾਂ ਦੇ ਪਾਪਾਂ ਦੀ ਸਜ਼ਾ ਜ਼ਰੂਰ ਮਿਲੂਗੀ, ਜੋ ਮਰਜ਼ੀ ਹੋ ਜਾਏ। ਹੁਣ ਉਹ ਕਿਸ ਤਰ੍ਹਾਂ ਬਹਾਨਾ ਬਣਨਾ ਹੈ ਮੈਨੂੰ ਨਹੀਂ ਪਤਾ, ਕਿਹੜੇ ਕੇਸ ਦੇ ਵਿੱਚ ਬਣਨਾ ਹੈ ਮੈਨੂੰ ਨਹੀਂ ਪਤਾ, ਪਰ ਉਹ ਐਗਜ਼ਾਮਪਲ ਵੀ ਹੋਊਗੀ ਇਹਦੀ, ਔਰ ਪਬਲਿਕ ਦੇ ਸਾਹਮਣੇ ਇਨਸਾਫ ਹੋ ਕੇ ਇੱਕ ਐਗਜ਼ਾਮਪਲ ਸੈੱਟ ਹੋਣ ਦੀ ਚੀਜ਼ ਦੇ ਉੱਤੇ ਤੁਸੀਂ ਆਪ ਇਸ ਚੈਨਲ 'ਤੇ ਮੁਬਾਰਕਾਂ ਵੀ ਦੇ ਰਹੇ ਹੋਵੋਗੇ, ਇਹ ਵੀ ਦੇਖ ਲਿਓ। ਸਰ, ਮੁਲਤਾਨੀ ਦੀ ਕੇਸ ਨੂੰ ਲੈ ਕੇ ਕੀ ਅਪਡੇਟ ਹੈ? ਹੁਣ ਅੱਗੇ ਤੁਸੀਂ ਜੋ ਸਮੇਤ ਸਿੰਘ ਸੈਣੀ ਦੇ ਐਡਵੋਕੇਟ ਜਨਰਲ ਨੇ ਕਿਹਾ, ਤੁਸੀਂ ਹੁਣ ਅੱਗੇ ਕੀ ਅਪਡੇਟ ਲੈ ਰਹੇ ਹੋ ਜਾਂ ਅੱਗੇ ਕੀ ਅਪਡੇਟ ਕਰੋਗੇ? ਸਰ, ਅਪਡੇਟ ਅਜੇ ਕੁਝ ਨਹੀਂ, ਉਹਦਾ ਤਾਂ ਸੁਪਰੀਮ ਕੋਰਟ ਦੇ ਵਿੱਚ ਟਰਾਂਸਲੇਸ਼ਨ ਚਲਾਨ ਦਾ ਫਾਈਲ ਕਰਨ ਦੇ ਲਈ ਟਾਈਮ ਲਿਆ ਸੀ ਗਵਰਨਮੈਂਟ ਨੇ। ਸੋ ਜਦੋਂ ਸਟੇਟ ਨੇ ਟਾਈਮ ਲੈ ਲਿਆ ਤੇ ਸੈਣੀ ਦੇ ਲਾਇਰ ਨੇ ਪੁਆਇੰਟ ਆਊਟ ਕੀਤਾ ਕਿ ਜੀ ਟ੍ਰਾਇਲ ਕੋਰਟ ਅੱਗੇ ਪ੍ਰੋਸੀਡ ਕਰੂਗੀ। ਸੋ ਸਟੇਟ ਨੇ ਕਿਹਾ ਜੀ ਸਾਨੂੰ ਕੋਈ ਆਬਜੈਕਸ਼ਨ ਨਹੀਂ, ਤੁਸੀਂ ਪ੍ਰੋਸੀਡਿੰਗ ਸਟੇ ਕਰ ਦਿਓ। ਉਦੋਂ ਤੋਂ ਹੁਣ ਤੱਕ ਉਹ ਕੇਸ ਦੀ ਪ੍ਰੋਸੀਡਿੰਗ ਸਟੇ ਚੱਲ ਰਹੀ ਹੈ। ਸੋ ਜਦੋਂ ਤੱਕ ਉੱਥੋਂ ਕੋਈ ਡਿਸੀਜਨ ਨਹੀਂ ਆਉਂਦਾ ਆਨਰੇਬਲ ਸੁਪਰੀਮ ਕੋਰਟ ਤੋਂ, ਅੱਗੇ ਇਹਦੇ 'ਚ ਥੱਲੜੀ ਕੋਰਟ ਕੁਝ ਨਹੀਂ ਕਰੂਗੀ। ਸੋ ਉਹਦੀ ਹੁਣ ਵੇਟ ਹੈ, ਲੈਟ ਅਸ ਸੀ ਕੀ ਆਊਟਕਮ ਹੁੰਦੀ ਹੈ, ਉਸ ਤੋਂ ਬਾਅਦ ਅੱਗੇ ਚੱਲੂਗੀ ਚੀਜ਼। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਐਡਵੋਕੇਟ ਪ੍ਰਦੀਪ ਵਿਰਕ, ਜਿਹੜੇ ਕਾਫੀ ਲੰਮੇ ਸਮੇਂ ਤੋਂ ਸਮੇਤ ਸਿੰਘ ਸੈਣੀ ਦੇ ਖਿਲਾਫ ਕੇਸ ਲੜਦੇ ਆਉਂਦੇ ਸਨ। ਸੋਸ਼ਲ ਮੀਡੀਆ ਦੀ ਕਿੰਨੀ ਕੁ ਸੱਚਾਈ ਹੁੰਦੀ ਤੁਹਾਨੂੰ ਉਹ ਵੀ ਸਾਫ਼ ਕਰਤਾ ਕਿ ਵਾਕਈ ਆਮ ਆਦਮੀ ਪਾਰਟੀ ਨੇ ਸਿਰਫ ਕੋਠੀ ਵਾਲੇ ਕੇਸ ਵਿੱਚ ਜੋ ਇੱਕ ਕਰਪਸ਼ਨ ਦਾ ਕੇਸ ਸੀ ਕਿ ਉਸ ਉੱਪਰ ਹੀ ਉਹਨਾਂ ਕਾਰਵਾਈ ਕਰੇਗੀ, ਬਾਕੀ ਕੇਸ ਛੱਡ ਦੇਗੀ, ਇਹੋ ਜਿਹਾ ਬਿਲਕੁਲ ਵੀ ਨਹੀਂ ਹੈ। ਤੁਸੀਂ ਉਹ ਐਡਵੋਕੇਟ ਜਨਰਲ ਅਨਮੋਲ ਜੀ ਦਾ ਸਟੇਟਮੈਂਟ ਵੀ ਦੇਖੀਏ ਕਾਗਜ਼ਾਂ ਦਾ ਹੀ, ਤੇ ਦੂਸਰੇ ਪਾਸੇ ਕਿ ਵਾਕਈ ਸਮੇਤ ਸਿੰਘ ਸੈਣੀ ਜਲਦ ਸਲਾਖਾਂ ਦੇ ਪਿੱਛੇ ਹੋਊਗਾ ਕਿ ਨਵੀਂ ਚਾਲ ਖੇਡੂਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਦੇਰ ਹੈ, ਹਨੇਰ ਨਹੀਂ, ਇਨਸਾਫ ਜੋ ਹੈ ਉਹ ਜ਼ਰੂਰ ਮਿਲੇਗਾ।